गुण गोबिंद गायो नहीं, जन्म अकारथ कीना। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੀਡੀਓ ਦੇ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਉਚਾਰਨ ਕੀਤੀ ਹੋਈ ਬਾਣੀ ਜੋ ਸ਼ਲੋਕ ਰੂਪ ਦੇ ਵਿੱਚ ਹੈ, ਉਸ ਦੀ 10ਵਾਂ 11ਵਾਂ ਤੇ 12ਵਾਂ ਸ਼ਲੋਕ ਦੀ ਵਿਚਾਰ ਕਰਨੀ ਹੈ। ਪਹਿਲਾਂ ਸ਼ਲੋਕ ਦਾ ਪਾਠ, ਫਿਰ ਗਿਆਨੀ ਹਰਬੰਸ ਸਿੰਘ ਜੀ ਦੇ ਦਰਸ਼ਨ ਨਿਰਣੇ ਸਟੀਕ ਤੋਂ ਵਿਚਾਰ, ਫਿਰ ਬਾਕੀ ਵਿਦਵਾਨਾਂ ਦੀ ਵਿਚਾਰ ਦੇਖਾਂਗੇ। ਆਓ ਪਹਿਲਾਂ ਸ਼ਲੋਕ ਦਾ ਪਾਠ ਕਰੀਏ। 10ਵਾਂ ਸ਼ਲੋਕ। ਜੇ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਤ, ਕਹੋ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ। ਪਦ ਅਰਥ, ਵਰਡ ਮੀਨਿੰਗਸ। ਜੇ ਸਿਮਰਤ, ਜਿਸ ਪ੍ਰਭੂ ਨੂੰ ਸਿਮਰਦਿਆਂ, ਰਿਮੈਂਬਰਿੰਗ ਦ ਸੁਪਰੀਮ ਲੋਰਡ ਵਾਹਿਗੁਰੂ। ਗਤ, ਗਤੀ, ਮੁਕਤੀ, ਲਿਬਰੇਸ਼ਨ। ਪਾਈਏ, ਪਾਈ ਦੀ ਹੈ, we obtain it। ਤੇ ਭਜ, ਉਸ ਪ੍ਰਭੂ ਨੂੰ ਸਿਮਰ, remember the supreme lord ਵਾਹਿਗੁਰੂ। ਰੇ, ਹੇ, ਓ person। ਤੈ, ਤੈਂ, you। ਰੇ ਮੀਤ, ਹੇ ਮਿੱਤਰ, ਓ friend। ਔਦ, ਉਮਰ, age। ਘਟਤ ਹੈ, ਘਟਦੀ ਹੈ, it decreases। ਨੀਤ, ਨਿਤ, ਹਰ ਰੋਜ਼, every day it decreases, your age decreases। Now we tend to think that we age and age increases, but Guruji look at the opposite and saying, whatever age you've been given by Vaheguru, it gets less and less as you age। ਜੇ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਤ, ਕਹੋ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ। ਹੇ ਭਾਈ, ਜਿਸ ਪ੍ਰਭੂ ਨੂੰ ਸਿਮਰਦਿਆਂ ਗਤੀ ਮੁਕਤੀ ਪਾਈਦੀ ਹੈ, ਹੇ ਮਿੱਤਰ, ਤੂੰ ਉਸ ਪ੍ਰਭੂ ਨੂੰ ਸਿਮਰ। ਓ ਬ੍ਰਦਰ, by remembering Supreme Lord Vaheguru, we get liberation। O friend, remember Supreme Lord Vaheguru। ਨਾਨਕ ਆਖੇ ਮਨ, ਤੂੰ ਸੁਣ, ਤੇਰੀ ਉਮਰ ਨਿਤ ਘਟਦੀ ਜਾ ਰਹੀ ਹੈ, ਇਸ ਲਈ ਨਾਮ ਸਿਮਰਨ ਕਰ। ਨਾਨਕ says, O mind, listen, your age is decreasing every day। Because of that, remember Vaheguru, Supreme Lord। So that was Gyani Haran Singh's translation on this slok। Now his summary। ਗੁਰੂ ਬਾਬਾ ਜੀ ਨੇ ਇਸ ਸ਼ਲੋਕ ਰਾਹੀਂ ਨਾਮ ਸਿਮਰਨ ਅਭਿਆਸ ਕਰਨ ਤੇ ਹੀ ਜ਼ੋਰ ਦਿੱਤਾ ਹੈ, ਕਿਉਂਕਿ ਮਨੁੱਖਾ ਜੀਵਨ ਗਤੀ ਦਾ ਹੋਰ ਕੋਈ ਹੀਲਾ ਵਸੀਲਾ ਨਹੀਂ ਹੈ। ਯਾਨੀ ਜੀ saying that Guru Baba Ji, Guru Tegh Bahadur Sahib, in this slok has really stressed upon the importance of meditation, naam meditation। It is the only way to achieve liberation in this life। There's no other way। ਜਿਸ ਦਾ ਦਿੱਤਾ ਖਾਵਣਾ, ਜਿਸ ਦਾ ਦਿੱਤਾ ਖਾਵਣਾ, ਤਿਸ ਕਹੀਏ ਸ਼ਾਬਾਸ। ਨਾਨਕ ਹੁਕਮ ਨਾ ਚੱਲੇ, ਨਾਲ ਖਸਮ ਚੱਲੇ ਅਰਦਾਸ। ਦੇ ਪਾਵਨ ਵਾਕਾਂ ਦੁਆਰਾ ਜਿੱਥੇ ਪ੍ਰਭੂ ਦਾ ਧੰਨਵਾਦ ਕਰਨਾ ਹੈ, ਉੱਥੇ ਇਸ ਮਨ ਨੂੰ ਔਰ ਘਟਤ ਹੈ ਨੀਤ ਵਾਲੀ ਗੱਲ ਵੀ ਸੁਣਾਉਣੀ ਹੈ। As we thank Vaheguru for all his blessings in terms of food and living, we also need to make the mind understand ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੇ ਤਨ ਸੀਜੇ। ਕਾਲ ਅਹੇਰੀ ਫਿਰੇ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਔਦ ਘਟੇ ਦਿਨ ਸੁਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਕਬੀਰ ਕਾਲ ਕਰੰਤਾ ਅਬੇ ਕਰ, ਅਬ ਕਰਤਾ ਸੋਇ ਤਾਲ। ਪਾਸ਼ੇ ਕਛੂ ਨ ਹੋਏਗਾ, ਜੋ ਸਿਰ ਪਰ ਆਵੇ ਕਾਲ। ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਬਚਨ ਹਨ। ਨਾਨਕ ਜਨ ਕਹਿਤ ਬਾਤ, ਬਿਨ ਸਜੈ ਹੈ ਤੇਰੋ ਗਾਤ। ਛਿਨ ਛਿਨ ਕਰ ਗਇਓ ਕਾਲ, ਤੈਸੇ ਜਾਤ ਆਜ ਹੈ। ਇਸ ਲਈ ਮਨ ਨੂੰ ਹਰ ਭਜਨ ਨੂੰ ਤਤ ਗਿਆਨ ਵਾਲਾ ਉਪਦੇਸ਼ ਚੇਤੇ ਕਰਾਉਣਾ ਚਾਹੀਦਾ ਹੈ। We should try to instruct our mind that the only thing that is real is the meditation of Naam, is praising Supreme Lord Vaheguru for his blessings, his greatness, and and doing it with total humility and sweetness. Now we go to Gurbani Explorer and the scholars there, namely Subedar scholars, Professor Sahib Singh Ji Starpan
ਸਰਦਾਰ ਮਨਮੋਹਨ ਸਿੰਘ ਜੀ ਪੰਜਾਬੀ ਅਤੇ ਇੰਗਲਿਸ਼ ਐਂਡ ਸੰਤ ਜੀ ਖਾਲਸਾ ਇੰਗਲਿਸ਼। ਜੇ ਸਿਮਰਤ ਗਤ ਪਾਈਐ ਤੇ ਪਜਰੇ ਤੈ ਮੀਤ, ਤੂੰ ਉਸ ਨੂੰ ਚੇਤੇ ਕਰ ਹੇ ਮੇਰੇ ਮਿੱਤਰ, ਜਿਸ ਦਾ ਚਿੰਤਨ ਕਰਨ ਦੁਆਰਾ ਜੀਵ ਮੁਕਤ ਹੋ ਜਾਂਦਾ ਹੈ। Remember thou him, O my friend, by contemplating whom one is emancipated. ਪਾਈਐ ਪ੍ਰਾਪਤ ਕਰੀਦਾ ਹੈ, ਕਰੀਦਾ ਹੈ। ਤੈ ਤੂੰ, ਰੇ ਮੀਤ ਹੇ ਮਿੱਤਰ, ਹੇ ਮਿੱਤਰ ਤੂੰ ਉਸ ਪਰਮਾਤਮਾ ਦਾ ਭਜਨ ਕਰਿਆ ਕਰ ਜਿਸ ਦਾ ਨਾਮ ਸਿਮਰਦਿਆਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ। Remembering him in meditation, salvation is attained. Vibrate and meditate on him, O my friend. ਕਹੋ ਨਾਨਕ ਸੁਨ ਰੇ ਮਨਾ, ਔਦ ਘਟ ਹੈ ਨੀਤ। ਗੁਰੂ ਜੀ ਫਰਮਾਉਂਦੇ ਹਨ, ਸੁਣ ਹੈ ਪ੍ਰਾਣੀ, ਤੇਰੀ ਉਮਰ ਸਦਾ ਹੀ ਘਟਦੀ ਜਾ ਰਹੀ ਹੈ। Says Nanak, hearken, O mortal, thy age is diminishing ever. ਔਦ ਉਮਰ ਨੀਤ ਨਿਤ। ਨਾਨਕ ਆਖਦਾ ਹੈ, ਹੇ ਮਨ ਸੁਣ, ਉਮਰ ਸਦਾ ਘਟਦੀ ਜਾ ਰਹੀ ਹੈ, ਪਰਮਾਤਮਾ ਦਾ ਸਿਮਰਨ ਨਾ ਵਿਸਾਰ। Says Nanak, listen, mind, your life is passing away. Now we go to Principal Gurmukh Singh Ji's view on this slok. ਜੇ ਸਿਮਰਤ ਗਤ ਪਾਈਐ ਤੇ ਪਜਰੇ ਤੈ ਮੀਤ, ਕਹੋ ਨਾਨਕ ਸੁਨ ਰੇ ਮਨਾ, ਔਦ ਘਟ ਹੈ ਨੀਤ। Nanak, listen, O dear mind, if you are going to be redeemed through Nam Simran, you must go in for it, because death is fast approaching, lest you should be overtaken by it. Slok 11, 11ਵਾਂ slok. पांच तत् को तन रचियो, जहानो चतुर सुजान, जेते उपजियो नानका, लीनता है मैमान। पद अर्थ, वर्ड मीनिंग्स। पांच तत्त को, पंजा तत्तां दा, 5 elements, पानी, water, मिट्टी, earth, हवा, air, अग, fire ते आकाश, ether। ਜਾਨੋ, ਜਾਨ, ਸਮਝ ਲੈ, ਅੰਡਰਸਟੈਂਡ। ਚਤੁਰ ਸੁਜਾਨ, ਹੈ ਚਤੁਰ ਤੇ ਸਿਆਣੇ ਪੁਰਸ਼। ਓ ਵਾਈਜ਼ ਪਰਸਨ, ਓ ਕਲੈਵਰ ਪਰਸਨ। ਜੇ ਤੇ ਜਿਨ੍ਹਾਂ ਤੱਤਾਂ ਤੋਂ, ਫਰੋਮ ਦਿਸ ਐਲੀਮੈਂਟਸ, ਉਪਜਿਓ ਪੈਦਾ ਹੋਇਆ ਹੈ। ਯੂ ਹੈਵ ਟੇਕਨ ਬਰਥ। ਲੀਨ ਤਾਂ ਹੈ ਮੈਂ, ਉਸ ਵਿੱਚ ਇਸਨੇ ਸਮਾਉਣਾ ਹੈ। ਯੂ ਵਿਲ ਲੀਨ, ਯੂ ਵਿਲ ਮਰਜ ਇਨਟੂ them। ਮਾਨ, ਮਨ, ਸਮਝ, ਅੰਡਰਸਟੈਂਡ ਦਿਸ। ਪਾਂਚ ਤਤ ਕੋ ਤਨ ਰਚਿਓ, ਜਹਾਨੋ ਚਤੁਰ ਸੁਜਾਨ, जेते उपजियो नानका, लीनता है ਮਹਿਮਾਨ। हे ਚਤਰ, हे ਸਿਆਣੇ ਜੀਵ, ਤੂੰ ਸਮਝ ਲੈ ਕਿ ਤੇਰਾ ਸਰੀਰ ਪੰਜਾਂ ਤੱਤਾਂ ਤੋਂ ਬਣਿਆ ਹੈ। Oh clever, wise person, understand this, that your body is created from the 5 elements. ਨਾਨਕ ਗੁਰੂ ਜੀ ਫਰਮਾਉਂਦੇ ਹਨ ਕਿ ਜਿਨ੍ਹਾਂ ਤੱਤਾਂ ਤੋਂ ਜੀਵ ਪੈਦਾ ਹੋਇਆ, ਉਹਨਾਂ ਤੱਤਾਂ ਵਿੱਚ ਇਸਨੇ ਸਮਾਉਣਾ ਹੈ। ਇਹ ਤੱਤ ਵਾਲੀ ਗੱਲ ਸਮਝ ਲੈ। Shri Guru Tegh Bahadur Sahib Ji is saying under the seal of Nanak that from the elements that the body was formed, it will in the end merge into them elements. This is the reality of the body. A summary on this slok. Ji ਪੰਜਾਂ ਤੱਤਾਂ ਜਲ, ਅਗਨੀ, ਹਵਾ, ਧਰਤੀ ਤੇ ਆਕਾਸ਼ ਦਾ ਪੁਤਲਾ ਹੈ। The human person is the combination of the 5 elements. तीन संज्ञा कर दे ही कीनी, जल कूकर भस्मे ही, ਹੋਏ ਆਮਰੋ ਗ੍ਰਹਿ ਮੇ ਬੈਠਾ, ਕਰਨ ਕਾਰਨ ਬਿਸਰੋਹੀ। ਇਹ ਤੱਤਾਂ ਦੇ ਮੇਲ ਤੋਂ ਬਣਿਆ ਆਕਾਰ ਨਾਸ਼ਵੰਤ ਹੈ। Anything created from the 5 elements is destructible. It will deteriorate in the end. ਜਦੋਂ ਸਰੀਰ ਦਾ ਅੰਤ ਹੁੰਦਾ ਹੈ ਤਾਂ ਇਹ ਤੱਤ ਸਰੀਰ ਨਾਲੋਂ ਅੱਡ ਹੋ ਕੇ ਆਪੋ ਆਪਣੇ ਸੁਮਨ ਜਾ ਸਮਾਉਂਦੇ ਹਨ। When the body dies, finishes, soul leaves the body decays into its separate elements. हे जीव, तू सियाਣਾ ਬਣ। ਇਹ ਸਰੀਰ ਤੈਨੂੰ ਸੇਵਾ, ਸਿਮਰਨ, ਭਜਨ ਤੇ ਸਰਬੱਤ ਦੇ ਭਲੇ ਲਈ ਮਿਲਿਆ ਹੈ। ਇਸ ਦੁਰਲਭ ਅਵਸਰ ਤੋਂ ਲਾਭ ਉਠਾ। O human person, be wise, wake up, make this body, use this body for service and meditation, and to help others in need. This is your golden chance to take benefit from this body. ਤੂੰ ਇਸ ਝੂਠੇ ਸਰੀਰ ਨੂੰ ਰੂਪ ਪੁਤਲੇ ਦੇ ਮੋਹ ਵਿੱਚ ਕਿਉਂ ਫਸ ਰਿਹਾ ਹੈ? Why are you totally engrossed in the attachment to this false body? ਤੂੰ ਆਪਣੇ ਆਪ ਨੂੰ ਅਮਰ ਨਾ ਸਮਝ, ਕਿਉਂਕਿ ਇਸ ਭਾਂਡੇ ਦਾ ਕੋਈ ਵਸਾ ਨਹੀਂ ਹੈ।
Don't think of yourself as immortal. There's no guarantee of this vessel, of the body vessel. It can die anytime. Kaham bisasa is pande ka itna kala ge than ka कहाँ करे रे खाट खाटुली पवन अफार तोर चामरो अत जजरी तेरी रे माटुली लश्कर जोड़े किया संबाहा निकसिया फूकता होए गयो स्वाहा। Now we go to Gurbani Storer. पांच तत को तन रचियो जहानो चतुर सुजान। हे सुगुण ਅਤੇ ਸਿਆਣੇ ਬੰਦੇ ਜਾਣ ਲੈ ਕਿ ਤੇਰਾ ਸਿਰ ਪੰਜਾਂ ਮੁੱਖ ਅੰਸ਼ਾਂ ਤੋਂ ਬਣਿਆ ਹੈ। O clever and wise man, know that thy body is made up from made up of five elements. ਪੰਜ ਤਤ ਮਿੱਟੀ ਹਵਾ ਪਾਣੀ ਅੱਗ ਆਕਾਸ਼। ਕੋ ਦਾ ਚਤੁਰ ਹੈ ਚਤੁਰ ਮਨੁੱਖ ਸੁਜਾਨ ਹੈ ਸਿਆਣੇ ਮਨੁੱਖ। ਹੈ ਚਤੁਰ ਮਨੁੱਖ ਹੈ ਸਿਆਣੇ ਮਨੁੱਖ ਤੂੰ ਜਾਣਦਾ ਹੈ ਕਿ ਤੇਰਾ ਇਹ ਸਰੀਰ ਪਰਮਾਤਮਾ ਨੇ ਪੰਜ ਤੱਤਾਂ ਤੋਂ ਬਣਾਇਆ ਹੈ। Your body is made of the five elements. You are clever and wise, know this well. ये ते उपजियो नानका ਲੀਨ ਤਾਹੇ ਮਹਿਮਾਨ। ਇਹ ਗੱਲ ਮੰਨ ਲਓ ਕਿ ਉਸੇ ਵਿੱਚ ਲੀਨ ਹੋਵੇਗਾ। ਲੀਨ ਤਾਹੇ ਮਹਿਮਾਨ। ਨੋਟ ਫॉर ਸ਼ੁਦਾਰ ਸਕਾਲਰਸ। ਚੰਗੀ ਤਰ੍ਹਾਂ ਜਾਣ ਲੈ हे ਨਾਨਕ ਕਿ ਤੈਨੂੰ ਉਸ ਨਾਲ ਅਭੇਦ ਹੋਣਾ ਹੈ ਜਿਸ ਤੋਂ ਤੂੰ ਉਤਪੰਨ ਹੋਇਆ ਹੈ। Be thou sure, ਨਾਨਕ that thou shalt blend with him from whom thou hast sprung. ਜੇ ਜਿਹਨਾਂ ਤੱਤਾਂ ਤੋਂ ਤੇ ਤੋਂ ਤਾਹੇ ਮਾਹ ਉਹਨਾਂ ਦੇ ਹੀ ਤੱਤਾਂ ਵਿੱਚ ਮਾਨ ਮੰਨ ਲੈ ਯਕੀਨ ਜਾਣ। ਇਹ ਨਾਨਕ ਇਹ ਵੀ ਯਕੀਨ ਜਾਣ ਕਿ ਜਿਨ੍ਹਾਂ ਤੱਤਾਂ ਤੋਂ ਇਹ ਸਰੀਰ ਬਣਿਆ ਹੈ ਮੁੜ ਉਹਨਾਂ ਵਿੱਚ ਹੀ ਲੀਨ ਹੋ ਜਾਏਗਾ। ਫਿਰ ਇਸ ਸਰੀਰ ਦੇ ਮੋਹ ਵਿੱਚ ਫਸ ਕੇ ਪਰਮਾਤਮਾ ਦਾ ਸਿਮਰਨ ਕਿਉਂ ਭੁਲਾ ਰਿਹਾ ਹੈ। Believe it. You should merge up once again into the one, O Nanak, from whom you originated. Now here there's a difference in the opinion of the scholars. Gyani Harwant Singh Ji, Professor Sahib Singh Ji is saying that the body will merge into the elements that it was created from. The English translation is saying that you will merge into this the Supreme Lord. Or they're not really making it clear. Well, they are into one. So really, Guru Sukh talking about the body. The body can only decay and merge into these separate elements. So slight difference there. Principal Gurmukh Singh Ji. पांच तत को तन रचे हो जहानो चतुर सुजान जेते उपजो नानका लीन ताहे मेहमान। Oh brother, you know very well, being an intellectual, that God created your body by combining the five elements: earth, water, air, fire, and space. Nanak, after your death, these elements mingle up and your soul would merge in God. So that was Principal Gurmukh Singh's view on the slok. Now we go to slok 12, 12वां slok. Kat kat मैं हरजू वसै संतन कहो पुकार कहो नानक ते पज मना पौ निद उतर है पार। Pad arth, word meanings. Kat kat मैं हरेक ਹਿਰਦੇ ਵਿੱਚ in every heart. ਹਰਜੂ ਹਰੀ ਜੀ ਵਾਹਿਗੁਰੂ supreme lord creator ਵਸੇ ਵਸਦਾ ਹੈ he resides। ਸੰਤਨ ਸੰਤਾਂ ਮਹਾਂਪੁਰਸ਼ਾਂ ਨੇ the holy persons ਕਹਿਓ ਪੁਕਾਰ ਪੁਕਾਰ ਕੋ ਉੱਚੀ ਉੱਚੀ ਆਖਿਆ ਹੈ they have said it aloud ਤੇ ਉਸ ਪ੍ਰਭੂ ਨੂੰ ਦਾ supreme lord ਵਾਹਿਗੁਰੂ ਭਜ ਮਨਾ ਹੇ ਮਨ ਸਿਮਰ O mind meditate ਭਉ ਨਿਧ ਸੰਸਾਰ ਸਮੁੰਦਰ ਤੋਂ the ocean the world ocean or life ocean ਉੱਤਰੇ ਪਾਰ ਪਾਰ ਉਤਰ ਜਾਵੇ swim across get across this ocean of life। ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਭਜ ਮਨਾ ਪਉ ਨਿਧ ਉਤਰੇ ਪਾਰ। ਹੇ ਭਾਈ ਰੱਬੀ ਸੰਤਾਂ ਨੇ ਇਹ ਤੱਤ ਵਾਲੀ ਗੱਲ ਪੁਕਾਰ ਪੁਕਾਰ ਕੇ ਆਖੀ ਹੈ ਕਿ ਹਰੇਕ ਹਿਰਦੇ ਵਿੱਚ ਹਰੀ ਵਸਦਾ ਹੈ। The holy saints of Supreme Lord Vaheguru have said this aloud, that Vaheguru resides in every heart, every inner heart। ਨਾਨਕ ਆਖ ਕੇ ਹਮੇਸ਼ਾ ਤੂੰ ਪ੍ਰਭੂ ਨੂੰ ਸਿਮਰ ਤਾਂ ਜੋ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇ। Under the seal of Nanak, Sri Guru Tegh Bahadur Ji is saying that we should remember Vaheguru at all times so that we can swim across this world ocean of life।
ਸਮਰੀ ਜਿਵੇਂ ਕਸਤੂਰੀ ਮ੍ਰਿਗ ਦੀ ਧੁਨੀ ਅੰਦਰ ਹੁੰਦੀ ਹੈ, ਪਰ ਉਸ ਸੰਧੀ ਨੂੰ ਢੂੰਡਣ ਲਈ ਬਾਹਰ ਝਾੜਾਂ ਵਿੱਚ ਫਿਰਦਾ ਰਹਿੰਦਾ ਹੈ, ਇਸ ਤਰ੍ਹਾਂ ਹਰੇਕ ਦੇ ਹਿਰਦੇ ਵਿੱਚ ਵਸ ਰਿਹਾ ਹੈ। ਪਰ ਇਹ ਮਨੁੱਖ ਦਰਿਆਵਾਂ ਤੇ ਕਿਨਾਰਿਆਂ ਤੇ ਤੀਰਥਾਂ ਤੇ ਜੰਗਲਾਂ ਵਿੱਚ ਜਾਂ ਇੱਟਾਂ ਵੱਟਿਆਂ ਦੀ ਚਾਰਦੀਵਾਰੀ ਵਿੱਚ, ਮੰਦਰਾਂ ਮਸਜਿਦਾਂ ਵਿੱਚ ਰੱਬ ਦਾ ਟਿਕਾਣਾ ਸਮਝੀ ਬੈਠਾ ਹੈ। This is that the musk in a deer resides in his navel, but it sort of, for the smell, it gets the smell, but it doesn't know where it is. So for that smell, it starts wandering around in the forest, and he never finds it because this is not inside him. And in the same way, Vaheguru, Supreme Lord Creator, resides inside us. But we go to rivers and holy places and jungles, holy buildings, trying to find that God only lives there, he stays there. ਇਸਨੂੰ ਇਹ ਸੋਝੀ ਨਹੀਂ ਆਏ ਕਿ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਬਚਨ ਸਾਨੂੰ ਇਸ ਜਾਗ੍ਰਿਤੀ ਬਖਸ਼ੇ ਹਨ। ਕਾਹੂ ਲੈ ਠੋਕ ਬੰਦੇ ਔਰ ਠਾकुर, ਕਾਹੂ ਮਹੇਸ਼ ਕੋ ਏਸ ਬਖਾਨਿਓ, ਕਾਹੂ ਕਹਿਓ ਹਰ ਮੰਦਰ ਮੈਂ ਹਰ, ਕਾਹੂ ਮਸੀਤ ਕੇ बीच परमान्यो, काहू ने राम कहो कृष्णा कहो, काहू मने अवतार न मानियो। फोकट धर्म विसार सबे, करतार ही को करता निजे जानियो। Please read the translation of that in any Gurbani app. ਇਸੇ ਡਰਾਉਣੇ ਭਿਆਨਕ ਸੰਸਾਰ ਸਾਗਰ ਤੋਂ ਪਾਰ ਹੋਣ ਦਾ ਇੱਕੋ ਤਰੀਕਾ ਹੈ ਕਿ ਪ੍ਰਭੂ ਦੀ ਸ਼ਰਨ ਵਿੱਚ ਟਿਕ ਕੇ ਭਜਨ ਕਰਨਾ। There's only one way of swimming this frightful ocean of life, and that is to seek the sanctuary of Vaheguru, Supreme Lord, and do meditation of his name. ਸੰਤ ਗੁਰੂ ਇਹੋ ਗੱਲ ਪੁਕਾਰ ਕੇ ਕਹਿ ਰਹੇ ਹਨ। ਗੁਰੂ ਜੀ and the holy saints saying this aloud and aloud. ਜੇ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ, ਨਾਨਕ ਕਹਿਤ ਪੁਕਾਰ ਕੈ ਗੋ ਪ੍ਰਭ ਸ਼ਰਨਾਈ। ਸਮੇਦ ਜਗਨੇ ਤੁਲਾ ਪੁਰਖ ਦਾਨੇ, ਪ੍ਰਾਗ ਇਸ਼ਨਾਨੇ, ਤੋ ਨਾ ਪੁਜੇ ਹਰ ਕੀਰਤ ਨਾਮਾ, ਆਪਣੇ ਰਾਹ ਮੇ ਭਜ ਲੈ ਰੇ ਮਨ ਆਲਸੀਆ। ਜਿਹੜਾ ਮਨੁੱਖ ਹਰ ਰੋਜ਼ ਗੁਰਬਾਣੀ ਦਾ ਸੰਦੇਸ਼ ਸੁਣਦਾ ਹੈ, ਉਹ ਜਾਣਦਾ ਹੈ ਕਿ ਹਰੇਕ ਸਰੀਰ ਵਿੱਚ ਪਰਮੇਸ਼ਵਰ ਦੀ ਜੋਤ ਸੁਭਾਇਮਾਨ ਹੈ। The person who listens to Gurbani's teachings every day, he knows that the light of Supreme Lord Vaheguru is in every person, everybody. ਸੰਤ ਜਨ ਪੁਕਾਰ ਕੇ ਇਹ ਕਹਿ ਰਹੇ ਹਨ ਕਿ ਇਹ ਭਾਈ, ਜੇ ਤੂੰ ਸੰਸਾਰ ਤੋਂ ਪਾਰ ਹੋਣਾ ਹੈ ਤਾਂ ਉਸ ਪਰਮੇਸ਼ਰ ਦਾ ਭਜਨ ਕਰ। The holy saints, the truly holy saints are saying it again and again and aloud, that if you want to swim this world ocean, then you must meditate on the pure nectar name of Vaheguru, Supreme Lord Creator. ਪਈ ਪ੍ਰਾਪਤ ਮਨੁੱਖ ਦੇਹੋਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। Now we go to Gurmani Explorer. ਘਟ ਘਟ ਮੈਂ ਹਰ ਜੋ ਵਸੈ, ਸੰਤਨ ਕਹਿਓ ਪੁਕਾਰ। ਸਾਧੂ ਉੱਚੀ ਬੋਲ ਕੇ ਆਖਦੇ ਹਨ ਕਿ ਪੂਜੀਏ ਪ੍ਰਭੂ ਸਾਰਿਆਂ ਦਿਲਾਂ ਅੰਦਰ ਵਸਦਾ ਹੈ। The saints proclaim that the venerable Lord abides in all hearts. ਘਟ ਸਰੀਰ, ਘਟ ਘਟ ਮੈਂ, ਹਰੇਕ ਸਰੀਰ ਵਿੱਚ। ਜੂ ਜੀ, ਪੁਕਾਰ ਕੇ ਉੱਚੀ ਬੋਲ ਕੇ। ਸੰਤ ਜਿਨ੍ਹਾਂ ਨੇ ਉੱਚੀ ਕੂਕ ਕੇ ਦੱਸ ਦਿੱਤਾ ਹੈ ਕਿ ਪ੍ਰਮਾਤਮਾ ਹਰੇਕ ਸਰੀਰ ਵਿੱਚ ਵਸ ਰਿਹਾ ਹੈ। The dear Lord abides in each and every heart. The saints proclaim this as true. ਕਹੋ ਨਾਨਕ ਤੇ ਭਜ ਮਨਾ, ਹੋ ਨਿਧ ਉਤਰੇ ਪਾਰ। ਗੁਰੂ ਜੀ ਆਖਦੇ ਹਨ, ਤੂੰ ਉਸ ਦਾ ਸਿਮਰਨ ਕਰ
ਕਿ ਮੇਰੀ ਜਿੰਦੜੀਏ ਤਾਂ ਜੋ ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂ। Says Nanak, contemplate thou him, O my soul, that thou may cross the terrible world ocean. ਭਉ ਨਿਧ ਸੰਸਾਰ ਸਮੁੰਦਰ ਉਤਰੇ ਉਤਰੇ ਤੂੰ ਲੰਘ ਜਾਏਗਾ। ਨਾਨਕ ਆਖਦਾ ਹੈ ਮਨ ਤੂੰ ਉਸ ਪਰਮਾਤਮਾ ਦਾ ਭਜਨ ਕਰਿਆ ਕਰ, ਭਜਨ ਦੀ ਬਰਕਤ ਨਾਲ ਸੰਸਾਰ ਸਮੁੰਦਰ ਤੋਂ ਨੂੰ ਪਾਰ ਲੰਘ ਜਾਏਗਾ। Says Nanak, meditate and vibrate upon him, and you shall cross over the terrifying world ocean. I'm going to Principal Gurmukh Singh Ji for his translation. Kat kat mein harju vasai, santan keho pukar, kaho nanak te paj mana, pau nid uttare par. Oh brothers, the holy saints of the past and the present proclaim that God himself has been in all beings and in all places. O dear, says Nanak, you should also do Nam Simran so that you might be merged in him. That was Principal Gurmukh Singh's view. Slightly different here. He hasn't mentioned anything about the terrifying world ocean, but he has said that Nam Simran will enable us to merge into Vaheguru again, swimming that world ocean. Please do read these translations for yourselves. They are a beautiful way of instructing the mind into what the Guruji is saying to us. These scholars spent a whole lifetime studying Gurbani, understanding Gurbani, and then this is their gift to us. The least we could do is appreciate that, and by reading and understanding it. My sincere thanks to all the scholars whose work we've used in this video. My thanks to Gurbani Forum app developers and Sikh Books Clubs whose material was used in this video. Please forgive me for the many mistakes I've made in this video. Kul Jugdi Khima, Vaheguru Ji Ka Khalsa, Vaheguru Ji Ki Fateh.